ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਸਤਿਸੰਗੀ ਜਨੋਂ, ਆਪ ਸਮੂਹ ਸੰਗਤਾਂ ਗੁਰਦੁਆਰਾ ਸ਼ਹੀਦ ਬਾਬਾ ਬੁੰਗਾ ਸਾਹਿਬ ਜੀ ਤਿੰਨਾਂ ਦੇ ਪਾਵਨ ਅਸਥਾਨ ਦੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸਮੂਹ ਸੰਗਤਾਂ ਨੇ ਇਕੱਤਰਤ ਹੋਏ ਕਰ ਰਲ ਮਿਲ ਕੇ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕਰਵਾਈ, ਜਿਨ੍ਹਾਂ ਦੀ ਸਤਿਗੁਰਾਂ ਦੀ ਪਾਵਨ ਕਿਰਪਾ ਸਦਕਾ ਹੁਣੇ ਸੰਪੂਰਨਤਾ ਹੋਈ। ਉਪਰੰਤ ਬੱਚਿਆਂ ਵੱਲੋਂ ਪਾਵਨ ਗੁਰਬਾਣੀ ਦੇ ਸ਼ਬਦ ਕੀਰਤਨ ਰਾਹੀਂ ਪੜ੍ਹੇ ਗਏ। ਸੋ ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਦੇ ਹੋਏ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਦੀ ਸਾਂਝ ਪਾਈਏ। ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਪਟਨੇ ਦੀ ਧਰਤੀ ਤੇ ਸਤਿਕਾਰ ਦੇ ਨਾਲ ਅਸੀਂ ਆਖਾਂਗੇ ਪਟਨਾ ਸਾਹਿਬ, ਉਸ ਪਾਵਨ ਧਰਤੀ ਤੇ ਮਾਤਾ ਗੁਜਰ ਕੌਰ ਦੀ ਪਾਵਨ ਕੁੱਖ ਤੋਂ ਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ 22 ਦਸੰਬਰ ਸਨ 1666 23 ਪੋਹ ਸੰਮਤ 1723 ਸਤਿਗੁਰੂ ਜੀ ਨੇ ਅਵਤਾਰ ਧਾਰਿਆ। ਸੋ ਇਸ ਪਾਵਨ ਧਰਤੀ ਤੇ ਜਿੱਥੇ ਅਵਤਾਰ ਧਾਰਨ ਕੀਤਾ ਪਾਤਸ਼ਾਹ ਜੀ ਨੇ, ਇਹ ਅੱਜ ਸਾਡਾ ਤਖਤ ਵੀ ਹੈ। ਸਿੱਖਾਂ ਦੇ 5 ਤਖਤਾਂ ਦੇ ਵਿੱਚ ਨਾਂ ਹੈ ਇਸ ਦਾ। ਵੈਸੇ ਸ਼ਹਿਰ ਦਾ ਨਾਮ ਹੈ ਪਟਨਾ ਸਾਹਿਬ, ਤਖਤ ਦਾ ਨਾਮ ਵੈਸੇ ਸ੍ਰੀ ਹਰਮੰਦਰ ਜੀ ਹੈ। ਇੱਕ ਤਾਂ ਸ੍ਰੀ ਹਰਮੰਦਰ ਸਾਹਿਬ ਜਦੋਂ ਅਸੀਂ ਦਰਸ਼ਨ ਮੇਲੇ ਕਰਨ ਜਾਂਦੇ ਹਾਂ, ਜਿਹੜਾ ਸਾਡਾ ਕੇਂਦਰੀ ਸਥਾਨ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ, ਜਦੋਂ ਕਹਾਂਗੇ ਹਰਮੰਦਰ ਸਾਹਿਬ ਤਾਂ ਉਸ ਦੀ ਗੱਲ ਹੈ, ਤੇ ਜੇਕਰ ਅਸੀਂ ਸ੍ਰੀ ਹਰਮੰਦਰ ਜੀ ਆਖ ਦਿਆਂਗੇ ਤੇ ਇਹ ਹੈ ਪਟਨਾ ਸਾਹਿਬ ਜਿੱਥੇ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਿਆ, ਜਿੱਥੇ ਅਵਤਾਰ ਧਾਰਨ ਕੀਤਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਸਮੇਂ ਢਾਕੇ ਦੀ ਧਰਤੀ ਤੇ, ਬੰਗਲਾਦੇਸ਼ ਦੀ ਜਿਹੜੀ ਰਾਜਧਾਨੀ ਹੈ ਅੱਜ ਕੱਲ੍ਹ, ਉੱਥੇ ਸਤਿਗੁਰੂ ਜੀ ਸਨ ਜਦੋਂ ਸਤਿਗੁਰੂ ਜੀ ਦਾ ਅਵਤਾਰ ਹੋਇਆ। ਤੇ ਉੱਥੇ ਹੀ ਪਾਤਸ਼ਾਹ ਜੀ ਨੇ ਨਾਮ ਰੱਖਿਆ ਉਸ ਸਮੇਂ ਗੋਬਿੰਦ ਰਾਏ, ਕਿ ਜਿਹੜੇ ਸਾਹਿਬਜ਼ਾਦੇ ਦਾ ਜਨਮ ਹੋਇਆ ਉਸ ਦਾ ਨਾਮ ਰੱਖਿਆ ਜਾਵੇ ਗੋਬਿੰਦ ਰਾਏ। ਬਾਅਦ ਵਿੱਚ ਜਦੋਂ ਸਤਿਗੁਰੂ ਜੀ ਨੇ 1699 ਈਸਵੀ ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ, ਉਸ ਸਮੇਂ ਅੰਮ੍ਰਿਤਪਾਨ ਕਰਕੇ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਗੋਬਿੰਦ ਸਿੰਘ ਨਾਮ ਉਸ ਸਮੇਂ ਰੱਖਿਆ ਗਿਆ ਸੀ। ਪਹਿਲਾ ਨਾਮ ਗੋਬਿੰਦ ਰਾਏ ਹੀ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੀਵਨ ਦੀ ਬਾਬਤ ਅਸੀਂ ਵਿਚਾਰਾਂ ਕਰਨ ਵਾਸਤੇ ਅੱਜ ਇੱਥੇ ਇਕੱਤਰਤ ਹੋਏ ਹਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜੀਵਨ ਹੈ ਹੀ ਅਜਿਹਾ। ਲਾਲਾ ਦੌਲਤ ਰਾਏ ਆਰੀਆ ਸਮਾਜੀ ਉਹ ਆਖਦਾ, ਉਹਨੇ ਸਿਫਤ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ। ਉਹ ਆਖਦਾ ਹੈ ਕਿ ਈਸ਼ਵਰ ਦੀ ਸਾਰੀ ਕਲਾ ਇਕੱਠੀ ਹੋਈ, ਈਸ਼ਵਰ ਦੀ ਸਾਰੀ ਸਿਆਣਪ ਇਕੱਠੀ ਹੋਈ, ਈਸ਼ਵਰ ਦੀ ਸਾਰੀ ਸੁੰਦਰਤਾ ਇਕੱਠੀ ਹੋਈ ਤੇ ਤਾਕਤ ਇਕੱਠੀ ਹੋਈ। ਇਹ 4 ਚੀਜ਼ਾਂ ਇਕੱਠੀਆਂ ਹੋਈਆਂ ਈਸ਼ਵਰ ਦੀਆਂ, ਸੁੰਦਰਤਾ, ਸਿਆਣਪ, ਕਲਾ ਤੇ ਤਾਕਤ। ਜਿਸ ਥਾਂ ਤੇ ਇਕੱਠੀਆਂ ਹੋਈਆਂ ਉਸ ਮੁਜੱਸਮੇ ਦਾ ਨਾਮ ਹੈ ਸਾਹਿਬ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਪਾਤਸ਼ਾਹ ਜੀ 1666 ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ 1708 ਤੱਕ, ਜਦੋਂ ਅਸੀਂ ਉਹਨਾਂ ਦੇ ਪਾਵਨ ਜੀਵਨ ਨੂੰ ਬਾਚਦੇ ਹਾਂ,
ਵੇਖਦਿਆਂ ਕਿ ਕੀ ਕੌਤਕ ਕੀਤੇ ਉਹਨਾਂ ਨੇ। ਤੇ ਵੇਖਦਿਆਂ ਸਾਰੀ ਦੇਖੋ ਕਿੰਨੀ ਛੋਟੀ ਜੀ ਉਮਰ, 42 ਸਾਲ ਦੀ ਉਮਰ। ਇੰਨੀ ਛੋਟੀ ਜੀ ਉਮਰ ਦੇ ਵਿੱਚ ਪਾਤਸ਼ਾਹ ਜੀ ਨੇ ਅਜਿਹੇ ਕਾਰਨਾਮੇ ਕੀਤੇ। ਤੇ ਜਦੋਂ ਕੋਈ ਮਨੁੱਖ ਉਹਨਾਂ ਦੇ ਜੀਵਨ ਨੂੰ ਪੜ੍ਹਦਾ ਤੇ ਆਪ ਮੁਹਾਰੇ ਹੀ ਉਹਨਾਂ ਦੇ ਮੁਖ ਦੇ ਵਿੱਚੋਂ ਵਾਹ ਵਾਹ ਦੀ ਆਵਾਜ਼ ਨਿਕਲਦੀ ਹੈ। ਵਿਦਵਾਨਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸ਼ਖਸੀਅਤ ਦੇ ਬਰਾਬਰ ਦੀ ਕੋਈ ਹੋਰ ਸ਼ਖਸੀਅਤ ਨਹੀਂ ਲੱਭਦੀ। ਉਹ ਉਹਨਾਂ ਦਾ ਜੀਵਨ ਪੜ੍ਹ ਕੇ ਹੈਰਾਨ ਹੋ ਜਾਂਦੇ ਨੇ ਕਿ ਅਜਿਹਾ ਵੀ ਕੋਈ ਵਿਅਕਤੀ ਹੋ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਿੱਥੇ ਆਪ ਮਹਾਬਲੀ ਨੇ, ਆਪ ਮਹਾਨ ਨੇ, ਸਰਬੰਸਦਾਨੀ ਨੇ, ਤੇ ਕਹਿਣਾ ਪਵੇਗਾ ਉਹਨਾਂ ਦੇ ਮਾਤਾ ਪਿਤਾ ਦੀ ਵੀ ਓਨੀ ਘਾਲ ਕਮਾਈ ਹੈ, ਓਨਾ ਹੀ ਤਪ ਹੈ। ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਅੰਕਿਤ ਵੀ ਕੀਤਾ। ਆਪਣੇ ਪਿਛਲੇ ਜਨਮ ਦੀ ਕਥਾ ਦਾ ਵਰਣਨ ਕਰਦੇ ਹੋਏ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਿਸੇ ਨੇ ਵੀ ਪਿਛਲੇ ਜਨਮ ਦੀ ਕਥਾ ਦਾ ਵਰਣਨ ਨਹੀਂ ਕੀਤਾ, ਸਿਰਫ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ। ਆਖਦੇ ਨੇ ਹੇਮਕੁੰਟ ਪਰਬਤ ਹੈ ਜਹਾਂ, ਜਿੱਥੇ ਹੇਮਕੁੰਟ ਪਰਬਤ ਹੈ ਉਸ ਥਾਂ ਤੇ ਤਪ ਕੀਤਾ, ਤਪੱਸਿਆ ਕੀਤੀ ਹੈ। ਤੇ ਇਹ ਵੀ ਨਾਲ ਆਖਦੇ ਨੇ ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਨ ਜੋਗ ਸਾਧਨਾ ਸਾਧਾ। ਮੇਰੇ ਤਾਤ ਮਾਤ ਭਾਵ ਮੇਰੇ ਮਾਤਾ ਪਿਤਾ ਨੇ ਪਰਮਾਤਮਾ ਦੀ ਸੇਵਾ ਕੀਤੀ, ਸਿਮਰਨ ਕੀਤਾ। ਹੁਣ ਇਹ ਸਿਮਰਨ ਕਿਹੜਾ ਹੈ? ਇਹ ਬਾਬੇ ਬਕਾਲੇ ਦੀ ਧਰਤੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਬਚਨਾਂ ਦੇ ਨਾਲ ਮਾਤਾ ਗੁਜਰ ਕੌਰ ਤੇ ਗੁਰੂ ਤੇਗ ਬਹਾਦਰ ਜੀ ਮਾਂ ਤੇ ਇਹਨਾਂ ਦੇ ਮਾਤਾ ਜੀ ਮਾਤਾ ਨਾਨਕੀ ਜੀ, ਇਹ ਬਾਬੇ ਬਕਾਲੇ ਦੀ ਧਰਤੀ ਤੇ ਚਲੇ ਗਏ ਸੀ, ਕੀਰਤਪੁਰ ਸਾਹਿਬ ਜੀ ਦੀ ਧਰਤੀ ਤੋਂ। ਜਦੋਂ ਉਹਨਾਂ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਛੱਡ ਕੇ ਆਪਣੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ, ਜਿਹੜੇ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸਨ, ਉਹਨਾਂ ਨੂੰ ਗੁਰਤਾ ਗੱਦੀ ਦੇ ਦਿੱਤੀ ਤੇ ਉਹ ਛੱਡ ਕੇ ਚਲੇ ਗਏ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਉਸ ਸਮੇਂ ਆਖਿਆ ਕਿ ਤੁਸੀਂ ਬਾਬਾ ਬਕਾਲਾ ਦੀ ਧਰਤੀ ਤੇ ਜਾਓ। ਉਹਨਾਂ ਦੇ ਪਾਵਨ ਬਚਨਾਂ ਦੇ ਨਾਲ ਬਾਬੇ ਬਕਾਲੇ ਦੀ ਧਰਤੀ ਤੇ ਗੁਰੂ ਤੇਗ ਬਹਾਦਰ, ਮਾਤਾ ਗੁਜਰ ਕੌਰ, ਮਾਤਾ ਨਾਨਕੀ ਜੀ, ਉਹਨਾਂ ਨੇ ਤਪ ਕੀਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਨੇ ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ। ਕਹਿੰਦੇ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕੀਤੀ, ਐਨੀ ਸੇਵਾ ਕੀਤੀ। ਕਹਿੰਦੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਸੇਵਾ ਤੋਂ ਤਰੁੱਠ ਗਏ, ਖੁਸ਼ ਹੋ ਗਏ ਤੇ ਤਰੁੱਠ ਕੇ ਫਿਰ ਮੈਨੂੰ ਭੇਜਿਆ ਹੇਮਕੁੰਟ ਦੀ ਧਰਤੀ ਤੋਂ ਕਿ ਤੁਸੀਂ ਜਾਓ ਉਹਨਾਂ ਦੇ ਗ੍ਰਹਿ ਵਿਖੇ। ਕਿਉਂਕਿ ਮਸਕੀਨ ਜੀ ਦੀਆਂ ਵੀ, ਉਹਨਾਂ ਦੀਆਂ ਵੀ ਕਥਾਵਾਂ ਅਸੀਂ ਸੁਣੀਆਂ ਨੇ। ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਜਦੋਂ ਕਿਸੇ ਚੰਗੀ ਰੂਹ ਨੇ ਆਉਣਾ, ਕਿਸੇ ਚੰਗੀ ਆਤਮਾ ਨੇ ਆਉਣਾ ਇਸ ਧਰਤੀ ਤੇ, ਉਹਦੇ ਵਾਸਤੇ ਜ਼ਰੂਰੀ ਹੈ ਕਿ ਜਿਹੜੀ ਕੁੱਖ ਦੇ ਵਿੱਚ ਉਹਨਾਂ ਨੇ ਪ੍ਰਵੇਸ਼ ਕਰਨਾ, ਉਹ ਕੁੱਖ ਵੀ ਓਨੀ ਪਾਕ ਤੇ ਪਵਿੱਤਰ ਹੋਵੇ। ਮਾਤਾ ਗੁਜਰ ਕੌਰ ਦੀ ਕਿਤੇ ਇਹਨਾਂ ਦਾ ਤਪ ਥੋੜਾ ਨਹੀਂ ਸੀ। 1633 ਈਸਵੀ ਦੇ ਵਿੱਚ ਇਹਨਾਂ ਦਾ ਵਿਆਹ ਹੁੰਦਾ ਗੁਰੂ ਤੇਗ ਬਹਾਦਰ ਜੀ ਦੇ ਨਾਲ, ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਹੁੰਦਾ ਹੈ 1666 ਈਸਵੀ ਦੇ ਵਿੱਚ। ਵਿਆਹ ਤੋਂ ਬਾਅਦ ਭਾਵ 33 ਸਾਲ ਬਾਅਦ ਸਾਹਿਬਜ਼ਾਦੇ ਦਾ ਜਨਮ ਹੁੰਦਾ। 33 ਸਾਲ ਕਹਿਣ ਨੂੰ ਹੀ ਥੋੜੇ ਲੱਗਦੇ ਨੇ। 33 ਸਾਲਾਂ ਬਾਅਦ ਪੋਤਿਆਂ ਵਾਲਾ ਹੋ ਜਾਂਦਾ ਮਨੁੱਖ, ਬੱਚੇ ਜਵਾਨ ਹੋ ਜਾਂਦੇ ਨੇ। ਸੋ ਮਾਤਾ ਗੁਜਰ ਕੌਰ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕੀਤੀ, ਗੁਰੂ ਤੇਗ ਬਹਾਦਰ ਜੀ ਨੇ ਅਕਾਲ ਪੁਰਖ ਦੀ ਆਰਾਧਨਾ ਕੀਤੀ, ਜਿਨ੍ਹਾਂ ਕਰਕੇ ਉਹਨਾਂ ਦੇ ਘਰ ਇਹ ਮਹਾਬਲੀ ਪੁੱਤਰ ਪੈਦਾ ਹੋਇਆ। ਵੈਸੇ ਮਾਤਾ ਪਿਤਾ ਦਾ ਬਹੁਤ ਯੋਗਦਾਨ ਹੁੰਦਾ ਹੈ। ਪਾਵਨ ਗੁਰਬਾਣੀ ਦੇ ਵਿੱਚ ਵੀ ਇਹ ਅੰਕਿਤ ਹੈ, ਜਿਹ ਪੁੱਤ ਕੂ, ਜਿਸ ਪੁੱਤ ਨੇ ਕੁਲ ਦੇ ਵਿੱਚ ਕਹਿੰਦੇ ਗਿਆਨ ਦਾ ਵਿਚਾਰ ਨਹੀਂ ਕੀਤੀ, ਗਿਆਨ ਦਾ ਵਿਚਾਰ ਨਹੀਂ ਕੀਤਾ, ਕਹਿੰਦੇ ਵਿਧਵਾ ਕਸਨਾ ਭਈ ਮਹਤਾਰੀ। ਕਹਿੰਦੇ ਉਹ ਮਾਤਵਾ ਵਿਧਵਾ ਕਿਉਂ ਨਹੀਂ ਹੋ ਗਈ? ਕਿਉਂਕਿ ਉਹਨੇ ਪੁੱਤਰ ਨੂੰ, ਚੰਗੇ ਪੁੱਤਰ ਨੂੰ ਜਨਮ ਨਹੀਂ ਦਿੱਤਾ। ਇੱਕ ਸਮੁੰਦਰ ਗ੍ਰੰਥ ਦੇ ਵਿੱਚ ਕਵੀ ਸੂਰਦਾਸ ਜੀ, ਉਹਨਾਂ ਦਾ ਜ਼ਿਕਰ ਆਉਂਦਾ ਹੈ। ਉਹ ਫਰਮਾਨ ਕਰਦੇ ਨੇ, ਕਹਿੰਦੇ ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ।
ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਕਹਿੰਦੇ ਜੇਕਰ ਮਾਤਾ ਨੇ ਜਨਮ ਦੇਣਾ, ਕਿਸੇ ਅਜਿਹੇ ਪੁੱਤਰ ਨੂੰ ਜਨਮ ਦੇਵੇ ਜਿਹੜਾ ਦਾਤਾ ਹੋਵੇ, ਜਾਂ ਤਾਂ ਦਾਨੀ ਹੋਵੇ, ਜਾਂ ਫਿਰ ਉਹ ਭਗਤ ਹੋਵੇ, ਤੇ ਜਾਂ ਸੂਰਮਾ ਹੋਵੇ। ਜੇ ਇਹਨਾਂ ਤਿੰਨ ਗੁਣਾਂ ਦੇ ਵਿੱਚੋਂ ਕੋਈ ਵੀ ਗੁਣ ਆਪਣੇ ਪੁੱਤਰ ਦੇ ਵਿੱਚ, ਜੇ ਆਪਣੇ ਪੁੱਤਰ ਨੂੰ ਗੁਣ ਨਹੀਂ ਦੇ ਸਕਦੀ ਮਾਤਾ, ਤੇ ਕਹਿੰਦੇ ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਕੀ ਫਾਇਦਾ ਕਹਿੰਦੇ ਪੁੱਤਰ ਨੂੰ ਜਨਮ ਦੇਣ ਦਾ, ਆਪਣੀ ਜਵਾਨੀ ਗਵਾਉਣ ਦਾ ਵੀ, ਜੇ ਚੰਗੇ ਪੁੱਤਰ ਨੂੰ, ਚੰਗੀ ਔਲਾਦ ਨੂੰ ਜਨਮ ਨਾ ਮਾਤਾ ਦੇ ਸਕੀ। ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦੇ ਤਪ ਦੀ ਬਦੌਲਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮਹਾਬਲੀ ਪੁੱਤਰ ਪੈਦਾ ਹੋਏ। ਸੋ ਆਪਾਂ ਇਹੀ ਵਿਚਾਰ ਕਰ ਲਈਏ ਕਿ ਜਿਹੜੇ ਇਹ ਤਿੰਨ ਗੁਣਾਂ ਦਾ ਜ਼ਿਕਰ ਕੀਤਾ, ਭਗਤ, ਦਾਤਾ ਤੇ ਸੂਰਮਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਇਹ ਕਿੱਦਾਂ ਨੇ ਗੁਣ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਦਾਤੇ ਵੀ ਨੇ, ਜਿਹੜੇ ਸੂਰਮੇ ਵੀ ਨੇ, ਤੇ ਜਿਹੜੇ ਭਗਤ ਵੀ ਨੇ। ਅਕਾਲ ਪੁਰਖ ਵਾਹਿਗੁਰੂ ਦੇ ਅਨੰਨ ਭਗਤ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਪਾਵਨ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਤੇ ਜਿਹੜੀ ਪਿਛਲੇ ਜਨਮ ਦੀ ਕਥਾ, ਉਹਦੇ ਵਿੱਚ ਵੀ ਪਾਤਸ਼ਾਹ ਜੀ ਨੇ ਅੰਕਿਤ ਕੀਤਾ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਭੇਜਣ ਵਾਸਤੇ ਕਿਹਾ ਕਿ ਤੁਸੀਂ ਮਾਤ ਲੋਕ ਤੇ ਜਾਓ, ਕਹਿੰਦੇ ਚਿੱਤ ਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਸਾਡੀ ਸੁਰਤੀ ਪ੍ਰਭੂ ਚਰਨਾਂ ਦੇ ਵਿੱਚ ਚੁਭੀ ਹੋਈ ਸੀ, ਸਾਡੀ ਲਿਵ ਲੱਗੀ ਹੋਈ ਸੀ, ਅਸੀਂ ਪ੍ਰੇਮ ਦੇ ਵਿੱਚ ਬੈਠੇ ਸੀ, ਤੇ ਇਸ ਧਰਤੀ ਤੇ ਆਉਣ ਨੂੰ ਸਾਡਾ ਜੀ ਨਹੀਂ ਕਰਦਾ ਸੀ, ਸਾਡਾ ਮਨ ਨਹੀਂ ਕਰਦਾ ਸੀ। ਫਿਰ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਨਾਲ ਆਏ। ਕਹਿਣ ਦਾ ਭਾਵ ਭਗਤੀ ਕੀਤੀ ਪ੍ਰੇਮ ਦੇ ਨਾਲ। ਤੇ ਇਹ ਜੀਵਨ ਵੀ ਜਦੋਂ ਅਸੀਂ ਸਤਿਗੁਰੂ ਜੀ ਦਾ ਵਾਚਦੇ ਹਾਂ, ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿੰਨੀ ਗੁਰਬਾਣੀ ਲਿਖੀ ਹੈ, ਦੇਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮੋਦੀਖਾਨੇ ਦੇ ਵਿੱਚ ਜਦੋਂ ਸੰਗਤ ਨੂੰ ਅਨਾਜ ਦਿੰਦੇ ਨੇ, ਤੇ ਅਨਾਜ ਦਿੰਦੇ ਦਿੰਦੇ ਫਿਰ 13 ਦੀ ਧੁਨ ਲਾ ਦਿੰਦੇ ਨੇ, ਇਹ ਵੀ ਤੇਰਾ, ਇਹ ਵੀ ਤੇਰਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਕਲਮ ਚੁੱਕਦੇ ਨੇ, ਗੁਰਬਾਣੀ ਲਿਖਣ ਲੱਗਦੇ ਨੇ, ਤੇ ਫਿਰ ਗੁਰਬਾਣੀ ਦੇ ਵਿੱਚ ਤੂੰ ਹੀ ਦੀ ਧੁਨ ਲਾ ਦਿੰਦੇ ਨੇ। ਤੂੰ ਹੀ ਜਲੇ ਤੂੰ ਹੀ, ਥਲੇ ਤੂੰ ਹੀ। ਪਾਤਸ਼ਾਹ ਜੀ ਇਹਨਾਂ ਦੀ ਧੁਨੀ ਲਾਉਂਦੇ ਨੇ। ਉਹਨਾਂ ਦੀ ਪਾਵਨ ਗੁਰਬਾਣੀ ਪੜ੍ਹੋ, ਤੇ ਗੁਰਬਾਣੀ ਦੇ ਵਿੱਚ ਬਾਰ-ਬਾਰ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰਾਂ। ਜਿਹੜੀ ਸਾਡੀ ਜਾਪ ਸਾਹਿਬ ਜੀ ਦੀ ਬਾਣੀ ਹੈ, ਨਿਤਨੇਮ ਦੀ ਬਾਣੀ, ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰਾਂ ਹੀ ਨੇ ਪਾਤਸ਼ਾਹ ਜੀ ਨੇ ਕੀਤੀਆਂ। ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ। ਅਕਾਲ ਪੁਰਖ ਦੇ ਅਕਾਲ ਰੂਪ ਤੁਹਾਨੂੰ ਨਮਸਕਾਰ, ਇਹ ਕਿਰਪਾਲ ਰੂਪ ਕਿਰਪਾਲੂ ਤੁਹਾਨੂੰ ਨਮਸਕਾਰ। ਨਾ ਜਿੱਤੇ ਜਾਣ ਸਕਣ ਵਾਲੇ ਤੁਹਾਨੂੰ ਨਮਸਕਾਰ। ਸਿਰਫ ਨਮਸਕਾਰਾਂ ਹੀ ਪਾਤਸ਼ਾਹ ਜੀ ਨੇ ਕੀਤੀਆਂ ਨੇ। ਤੇ ਉਹ ਸਰਸਾ ਨਦੀ ਦਾ ਕੰਢਾ ਵੇਖੋ, ਜਦੋਂ ਪਿੱਛੋਂ ਟਿੱਡੀ ਦਲ ਮੁਗਲਿਆ ਹਕੂਮਤ ਮਾਰੋ ਮਾਰ ਕਰਦੀ ਆ ਰਹੀ ਹੈ, ਅੰਮ੍ਰਿਤ ਵੇਲਾ ਹੋ ਗਿਆ, ਤੇ ਪਾਤਸ਼ਾਹ ਜੀ ਕਹਿੰਦੇ ਹੁਣ ਅੰਮ੍ਰਿਤ ਵੇਲਾ ਹੋ ਗਿਆ। ਕੁਝ ਸਿੰਘਾਂ ਨੂੰ ਤਾਇਨਾਤ ਕਰਤਾ ਕਿ ਇੱਥੇ ਮੁਗਲਿਆ ਹਕੂਮਤ ਨੂੰ ਰੋਕ ਕੇ ਰੱਖੋ। ਤੇ ਪਾਤਸ਼ਾਹ ਜੀ ਆਪ ਆਸਾ ਦੀ ਵਾਰ ਦਾ ਕੀਰਤਨ, ਨਿਤਨੇਮ ਨਹੀਂ ਛੱਡਿਆ। ਭਾਵੇਂ ਪਿੱਛੋਂ ਵੈਰੀ ਦਲ ਆ ਰਿਹਾ ਆਹੂ ਲਾਉਣ ਵਾਸਤੇ, ਭੱਜਿਆ ਆਉਂਦਾ ਵੱਡੀ ਗਿਣਤੀ ਦੇ ਵਿੱਚ ਵੈਰੀ ਦਲ, ਪਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੇ ਅਜਿਹੇ ਭਗਤ ਕਿ ਉੱਥੇ ਵੀ ਸਤਿਗੁਰੂ ਜੀ ਨੇ ਸਮਾਧੀ ਲਾ ਲਈ, ਉੱਥੇ ਵੀ ਆਸਾ ਦੀ ਵਾਰ ਦਾ ਕੀਰਤਨ ਨਹੀਂ ਛੱਡਿਆ। ਤੇ ਦੂਸਰਾ ਗੁਣ ਦੀ ਗੱਲ ਕੀਤੀ ਹੈ ਦਾਤੇ ਦੀ। ਕਵੀ ਸੂਰਦਾਸ ਨੇ ਕਿ ਮਾਤਾ ਨੇ ਜੇਕਰ ਜਨਮ ਦੇਣਾ ਕਿਸੇ ਨੂੰ, ਜਾਂ ਭਗਤ ਹੋਵੇ ਜਾਂ ਦਾਤਾ ਤੇ ਜਾਂ ਸੂਰਮਾ। ਹੁਣ ਦਾਤੇ ਦੀ ਗੱਲ ਕਰੀਏ, ਵੈਸੇ ਪਾਵਨ ਗੁਰਬਾਣੀ ਤਾਂ ਇਹ ਆਖਦੀ ਹੈ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨ ਆਵੇ ਅਗੰਤ ਭਰੇ ਭੰਡਾਰ। ਕਿ ਦਾਤਾ ਤਾਂ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਅਗੰਤ ਭੰਡਾਰੇ ਭਰੇ ਪਏ ਨੇ, ਤੇ ਉਹ ਸਾਰੀ ਦੁਨੀਆ ਨੂੰ ਆਪਣੇ ਭੰਡਾਰਿਆਂ ਦੇ ਵਿੱਚੋਂ ਦੇ ਰਿਹਾ। ਅੱਜ ਤੱਕ ਉਹਦੇ ਭੰਡਾਰੇ ਊਣੇ ਨਹੀਂ ਹੋਏ, ਸਾਰੀ ਸ੍ਰਿਸ਼ਟੀ ਨੂੰ ਪ੍ਰਮਾਤਮਾ ਦੇ ਰਿਹਾ। ਅਸਲ ਦਾਤਾ ਉਹ ਹੈ।
ਪਰ ਸਾਡੀ ਦ੍ਰਿਸ਼ਟੀ ਹੈ ਨਾ, ਅਸੀਂ ਵੇਖਦੇ ਹਾਂ ਜਦੋਂ ਕੋਈ ਬਾਜ਼ਾਰ ਦੇ ਵਿੱਚ ਜਿਹੜੇ ਮੰਗਤੇ ਨੇ ਉਹਨਾਂ ਨੂੰ ਦਿੰਦਾ, ਕੋਈ ਦਾਨ ਦਿੰਦਾ, ਕਿਸੇ ਨੂੰ ਵਸਤਰ ਦਿੰਦਾ, ਕਿਸੇ ਨੂੰ ਪੈਸਾ ਦਿੰਦਾ, ਤੇ ਅਸੀਂ ਉਹਨੂੰ ਦਾਨੀ ਆਖ ਦਿੰਦੇ ਹਾਂ ਕਿ ਭਾਈ ਇਹਨੇ ਇਹ ਦਾਨ ਕੀਤਾ, ਇਹਨੇ ਵਸਤਰਾਂ ਦਾ ਦਾਨ ਕੀਤਾ। ਕੋਈ ਵੱਡੇ ਵੱਡੇ ਦਾਨ ਵੀ ਕਰਦੇ ਨੇ, ਕੋਈ ਥਾਂ ਦਾ ਵੀ ਦਾਨ ਕਰ ਦਿੰਦਾ ਹੈ, ਕੋਈ ਬਿਲਡਿੰਗਾਂ ਦਾ ਦਾਨ ਕਰਦਾ ਹੈ, ਕੋਈ ਹੀਰੇ ਚਾਂਦੀ ਦਾ ਵੀ ਦਾਨ ਕਰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅਜਿਹੇ ਦਾਤੇ ਜਿਨ੍ਹਾਂ ਨੇ ਸਾਡੇ ਉੱਪਰੋਂ ਆਪਣੇ ਸਰਬੰਸ ਦਾ ਹੀ ਦਾਨ ਕਰ ਦਿੱਤਾ, ਸਾਡੇ ਉੱਪਰੋਂ ਆਪਣਾ ਸਰਬੰਸ ਹੀ ਵਾਰ ਦਿੱਤਾ। 9 ਸਾਲ ਦੀ ਉਮਰ ਸਤਿਗੁਰੂ ਜੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੁੰਦੀ ਹੈ, ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਬਿਰਾਜਮਾਨ ਨੇ। ਕਸ਼ਮੀਰੀ ਪੰਡਤ ਆਉਂਦੇ ਨੇ ਉਸ ਸਮੇਂ, ਔਰੰਗਜ਼ੇਬ ਦੇ ਅਤਿਆਚਾਰਾਂ ਤੋਂ ਸਤਾਏ ਹੋਏ, ਕਿ ਸਵਾ ਸਵਾ ਮਣ ਜੰਝੂ ਲਾ ਕੇ ਉਹ ਫਿਰ ਲੰਗਰ ਛਕਦਾ, ਫਿਰ ਪ੍ਰਸ਼ਾਦਾ ਛਕਦਾ। ਸਾਡੇ ਧਰਮ ਤੇ ਬੜੀ ਵਿਪਤਾ ਬਣੀ ਹੋਈ ਹੈ, ਸਾਡਾ ਸਹਾਰਾ ਬਣੋ ਕੋਈ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਆ ਕੇ ਫਰਿਆਦ ਕੀਤੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਸ ਸਮੇਂ ਆਖਦੇ ਨੇ ਕਿ ਪਿਤਾ ਜੀ ਇਹਨਾਂ ਦਾ ਕੀ ਹੱਲ ਹੋ ਸਕਦਾ? ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਕਹਿੰਦੇ ਕਿਸੇ ਮਹਾਂਪੁਰਸ਼ ਨੂੰ ਕੁਰਬਾਨੀ ਦੇਣੀ ਪਵੇਗੀ। ਪਿਤਾ ਜੀ ਆਪ ਜੀ ਤੋਂ ਵੱਡਾ ਕੋਈ ਮਹਾਂਪੁਰਸ਼ ਕੌਣ ਹੋ ਸਕਦਾ ਹੈ? ਹੁਣ ਨਾਲ ਹੀ ਭਾਈ ਮਤੀ ਦਾਸ ਜੀ ਬੈਠੇ ਨੇ, ਉਹ ਆਖਣ ਲੱਗੇ ਸਾਹਿਬਜ਼ਾਦੇ, ਕਹਿੰਦੇ ਤੁਸੀਂ ਇਹ ਜੋ ਬਚਨ ਕਰ ਰਹੇ ਹੋ, ਪਤਾ ਤੁਹਾਨੂੰ ਤੁਸੀਂ ਕੀ ਕਹਿ ਰਹੇ ਹੋ? 9 ਸਾਲ ਦੀ ਉਮਰ ਹੈ ਤੁਹਾਡੀ, ਆਪਣੇ ਪਿਤਾ ਨੂੰ ਕੁਰਬਾਨੀ ਦੇਣ ਵਾਸਤੇ ਕਹਿ ਰਹੇ ਹੋ। ਇਹਦਾ ਮਤਲਬ ਹੈ ਤੁਸੀਂ ਅਨਾਥ ਹੋ ਜਾਵੋਗੇ 9 ਸਾਲ ਦੀ ਉਮਰ ਦੇ ਵਿੱਚ। ਤੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਖਣ ਲੱਗੇ, ਜਬ ਥੇ ਮਾਤਾ ਉਦਰ ਮੈਂ ਰਾਖਾ ਥਾ ਤਬ ਜੋਏ, ਅਬ ਤੋਂ ਭਏ 9 ਸਾਲ ਕੇ ਕਿਉਂ ਨਾ ਸਹਾਈ ਹੋਏ। ਹੁਣ ਤਾਂ ਅਸੀਂ 9 ਸਾਲ ਦੇ ਹੋ ਗਏ, ਹੁਣ ਪ੍ਰਮਾਤਮਾ ਸਾਡਾ ਕਿਉਂ ਨਹੀਂ ਸਾਡੀ ਸਹਾਇਤਾ ਕਰੇਗਾ? ਜਦੋਂ ਮਾਤਾ ਦੇ ਗਰਭ ਦੇ ਵਿੱਚ ਸੀ ਉਸ ਸਮੇਂ ਵੀ ਅਕਾਲ ਪੁਰਖ ਵਾਹਿਗੁਰੂ ਨੇ ਸਹਾਇਤਾ ਕੀਤੀ ਹੈ। ਤੇ ਉਸ ਸਮੇਂ ਆਪਣੇ ਪਿਤਾ ਨੂੰ ਭੇਜਦੇ ਨੇ। ਫਿਰ ਜਦੋਂ ਅਨੰਦਪੁਰ ਸਾਹਿਬ ਜੀ ਦੀਆਂ ਲੜਾਈਆਂ ਹੁੰਦੀਆਂ ਨੇ, ਚਮਕੌਰ ਦੀ ਗੜ੍ਹੀ ਦੇ ਵਿੱਚ ਆਪਣੇ 2 ਵੱਡੇ ਫਰਜ਼ੰਦ, 2 ਵੱਡੇ ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਉਹਨਾਂ ਨੂੰ ਚਮਕੌਰ ਦੀ ਗੜ੍ਹੀ ਦੇ ਵਿੱਚੋਂ ਭੇਜਦੇ ਨੇ ਦੁਸ਼ਮਣ ਦੇ ਨਾਲ ਲੜਨ ਵਾਸਤੇ, ਤੇ ਉੱਥੇ ਸ਼ਹਾਦਤ ਦਾ ਜਾਮ ਪਾਉਂਦੇ ਨੇ। ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਸਰਹੰਦ ਦੀਆਂ ਨੀਹਾਂ ਦੇ ਵਿੱਚ ਉੱਥੇ ਚਿਣ ਦਿੱਤੇ ਜਾਂਦੇ ਨੇ, ਉੱਥੇ ਸ਼ਹਾਦਤ ਦਾ ਜਾਮ ਪੀਂਦੇ ਨੇ। ਉਹਨਾਂ ਨੇ ਈਨ ਨਹੀਂ ਮੰਨੀ, ਬੜੇ ਲਾਲਚ ਦਿੱਤੇ ਉਹਨਾਂ ਨੂੰ, ਬੜੇ ਡਰਾਵੇ ਦਿੱਤੇ, ਪਰ ਬਿਲਕੁਲ ਉਹ ਟਸ ਤੋਂ ਮਸ ਨਾ ਹੋਏ। ਐਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਫਿਰ ਗਾਉਂਦੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਪ੍ਰਭੂ ਦੀ ਭਗਤੀ ਦੇ ਗੀਤ ਗਾ ਰਹੇ ਨੇ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦਾ ਰਹਿਣਾ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਪਹੁੰਚਦੇ ਨੇ, ਮਾਤਾਵਾਂ ਨੂੰ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਬੋ ਕੀ ਤਲਵੰਡੀ ਆ ਗਏ ਨੇ। ਮਾਤਾਵਾਂ ਆਉਂਦੀਆਂ ਨੇ ਉੱਥੇ ਤੇ ਸਤਿਗੁਰੂ ਜੀ ਦੇ ਦਿਦਾਰੇ ਕਰਦੀਆਂ ਨੇ। ਪੁੱਛਿਆ ਜਾਂਦਾ ਕਿ ਸਾਡੇ ਪੁੱਤਰ ਕਿੱਥੇ ਨੇ? ਤੁਹਾਡੇ ਨਾਲ ਸੀ ਸਾਹਿਬਜ਼ਾਦੇ। ਤੇ ਪਾਤਸ਼ਾਹ ਜੀ ਉਸ ਸਮੇਂ ਫਿਰ ਸਾਡੇ ਵੱਲ ਹੱਥ ਕਰਕੇ ਕਹਿੰਦੇ ਨੇ, ਕਹਿੰਦੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਉਹਨਾਂ ਨੇ ਸਾਨੂੰ ਪੁੱਤਰ ਆਖਿਆ, ਇਹ ਨਹੀਂ ਕਿਹਾ ਕਿ ਇਹ ਸੰਗਤ ਦੇ ਉੱਪਰੋਂ ਵਾਰ ਦਿੱਤੇ, ਇਸ ਪਬਲਿਕ ਦੇ ਉੱਪਰੋਂ ਵਾਰ ਦਿੱਤੇ, ਜਾਂ ਕਿਸੇ ਖਾਸ ਧਰਮ ਦੇ ਉੱਪਰੋਂ ਵਾਰ ਦਿੱਤੇ, ਇਹ ਨਹੀਂ ਕਿਹਾ। ਉਹ ਕਹਿੰਦੇ ਇਨ ਪੁੱਤਰਨ ਕੇ, ਇਹ ਮੇਰੇ ਪੁੱਤਰ ਨੇ, ਇਹਨਾਂ ਦੇ ਉੱਪਰੋਂ ਅਸੀਂ ਆਪਣੇ 4 ਪੁੱਤਰ ਵਾਰ ਦਿੱਤੇ। 4 ਮੂਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ। ਕਹਿੰਦੇ ਬਹੁਤ ਹੀ, ਅਸਲ ਵਿੱਚ 4 ਚਲੇ ਗਏ ਫਿਰ ਕੀ ਹੋਇਆ, ਇਹ ਵੀ ਤੁਹਾਡੇ ਪੁੱਤਰ ਨੇ, ਖਾਲਸਾ ਪੰਥ ਤੁਹਾਡਾ ਹੀ ਪੁੱਤਰ ਹੈ। ਸਾਨੂੰ ਆਪਣਾ ਪੁੱਤਰ ਬਣਾਇਆ, ਸਾਡੇ ਤੋਂ ਵਾਰੇ ਉਹਨਾਂ ਨੇ, ਸਾਡੇ ਵਾਸਤੇ, ਕਿਉਂਕਿ ਉਹਨਾਂ ਦੇ ਮਨ ਅੰਦਰ ਸੀ ਪੰਥ ਵਸੈ ਮੈਂ ਉਜੜਾ, ਮਨ ਚਾਓ ਘਨੇਰਾ। ਕਹਿੰਦੇ ਮੇਰਾ ਪੰਥ ਵਸਦਾ ਰਹੇ, ਮੈਂ ਭਾਵੇਂ ਉੱਜੜ ਜਾਵਾਂ। ਇਹ ਮੇਰੇ ਮਨ ਦੇ ਅੰਦਰ ਚਾਅ, ਇਹ ਚਾਅ ਸੀ ਉਹਨਾਂ ਦੇ ਮਨ ਦੇ ਅੰਦਰ। ਭਾਵ ਉਹ ਦਾਨੀ, ਜਦੋਂ ਅੱਜ ਤੱਕ ਦਾਨੀ ਵੱਡੇ ਵੱਡੇ ਹੋਏ ਨੇ, ਕੋਈ ਕੱਪੜਾ ਦਾਨ ਕਰਦਾ, ਕੋਈ ਮਾਇਆ ਦਾਨ ਕਰਦਾ, ਕੋਈ ਹੀਰੇ ਜਵਾਹਰਾਤ ਸੋਨਾ ਚਾਂਦੀ ਦਾਨ ਕਰਦਾ,
ਪਰ ਪੁੱਤਰਾਂ ਦੀ ਆਪਣੇ ਸਰਵੰਸ ਦੇ ਦਾਨ ਕਿਸੇ ਨੇ ਨਹੀਂ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੋ ਸਰਵੰਸ ਦਾ ਦਾਨ ਕਰਕੇ ਵੱਡੇ ਦਾਨੀ ਵੀ ਬਣ ਗਏ। ਹੁਣ ਤੀਜਾ ਗੁਣ ਹੈ ਜਿਹੜਾ ਸੂਰਦਾਸ ਕਵੀ ਨੇ ਆਖਿਆ, ਉਹ ਹੈ ਸੂਰਮੇ ਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸੂਰਮੇ ਨੇ, ਤੇ ਸੂਰਮੇ ਵੀ ਅਜਿਹੇ ਨੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਕੋਈ ਮੁਕਾਬਲਾ ਕਰਨ ਵਾਲਾ ਵੀ ਕੋਈ ਹੈ ਨਹੀਂ। ਵੈਸੇ ਤਾਂ ਸ਼ਸਤਰ ਵਿੱਦਿਆ ਦਾ ਅਭਿਆਸ ਪਹਿਲਾਂ ਹੀ ਆਰੰਭ ਹੋ ਗਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਤੋਂ ਹੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਸਮਾਂ, ਉਸ ਸਮੇਂ ਉਹਨਾਂ ਨੇ ਆਖ ਦਿੱਤਾ ਸੀ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਕਿ ਸਾਡੇ ਦਰਬਾਰ ਦੇ ਵਿੱਚ ਜਦੋਂ ਸਿੱਖ ਸੰਗਤਾਂ ਨੇ ਆਉਣਾ ਤੇ ਸੰਗਤਾਂ ਵਧੀਆ ਵਧੀਆ ਹਥਿਆਰ ਲੈ ਕੇ ਆਵੇ, ਵਧੀਆ ਨਸਲ ਦੇ ਘੋੜੇ ਲੈ ਕੇ ਆਉਣ ਸੰਗਤਾਂ। ਉਸ ਸਮੇਂ ਸਤਿਗੁਰੂ ਜੀ ਨੇ ਫੌਜ ਤਿਆਰ ਕੀਤੀ, 4 ਜੰਗ ਕੀਤੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ 4 ਜੰਗਾਂ ਦੇ ਵਿੱਚ ਜੇਤੂ ਰਹੇ। ਬਾਅਦ ਵਿੱਚ ਗੁਰੂ ਹਰਰਾਏ ਸਾਹਿਬ, ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹਨਾਂ ਨੇ ਵੀ ਬੜੀ ਭਾਰੀ ਗਿਣਤੀ ਦੇ ਵਿੱਚ ਆਪਣੇ ਨਾਲ ਫੌਜ ਰੱਖੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਬਚਨਾਂ ਦੇ ਨਾਲ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਬਚਨ ਸਨ ਕਿ 2200 ਘੋੜਸਵਾਰ ਆਪਣੇ ਨਾਲ ਰੱਖਣੇ ਨੇ ਹਰ ਸਮੇਂ। ਗੁਰੂ ਹਰਰਾਏ ਸਾਹਿਬ ਜੀ ਰੱਖਦੇ ਰਹੇ ਨੇ, ਗੁਰੂ ਤੇਗ ਬਹਾਦਰ ਜੀ ਮਹਾਰਾਜ ਵੀ। ਸੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪ ਤੇਗ ਦੇ ਧਨੀ ਸਨ। ਉਹਨਾਂ ਦਾ ਨਾਮ ਵੀ ਜਿਹੜਾ ਤੇਗ ਬਹਾਦਰ, ਉਹਨਾਂ ਨੇ ਕਰਤਾਰਪੁਰ ਦੀ ਜੰਗ ਦੇ ਵਿੱਚ ਬੜੇ ਜੌਹਰ ਵਿਖਾਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਖੁਸ਼ ਹੋ ਕੇ ਹੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਨਾਮ ਤੇਗ ਦਾ ਧਨੀ ਤੇਗ ਬਹਾਦਰ ਉਸ ਸਮੇਂ ਰੱਖਿਆ ਸੀ। ਪਹਿਲਾ ਨਾਮ ਇਹਨਾਂ ਦਾ ਤਿਆਗਮਲ ਸੀ। ਇਹਨਾਂ ਨੇ ਆਪਣੇ ਸਾਹਿਬਜ਼ਾਦੇ ਦਾ ਵੀ ਚੰਗਾ ਪ੍ਰਬੰਧ ਕੀਤਾ। ਜਿੱਥੇ ਉਹਨਾਂ ਨੂੰ ਧਾਰਮਿਕ ਵਿੱਦਿਆ ਦਿੱਤੀ, ਸੰਸਾਰਿਕ ਵਿੱਦਿਆ ਦਿੱਤੀ, ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸ਼ਸਤਰ ਵਿੱਦਿਆ ਵੱਲ ਵੀ ਖਾਸ ਧਿਆਨ ਦਿੱਤਾ ਗਿਆ। ਵਿੱਦਿਆ ਦਿੱਤੀ ਗਈ, ਤਲਵਾਰ, ਤੀਰ ਤੇ ਹੋਰ ਘੋੜ ਸਵਾਰੀ। ਇਸ ਤੋਂ ਇਲਾਵਾ ਸਤਿਗੁਰੂ ਜੀ ਦੇ ਹੋਰ ਵੀ ਬੜੇ ਕੋਈ ਵੀ ਸ਼ਸਤਰ ਹੈ, ਸਤਿਗੁਰੂ ਜੀ ਬੜੀ ਨਿਪੁੰਨਤਾ ਦੇ ਨਾਲ ਉਸ ਸ਼ਸਤਰ ਨੂੰ ਚਲਾਉਂਦੇ ਸਨ। ਸਤਿਗੁਰੂ ਜੀ ਨੇ ਸ਼ਸਤਰ ਵਿੱਦਿਆ ਦਾ ਅਭਿਆਸ ਬੜੇ ਚੰਗੇ ਢੰਗ ਦੇ ਨਾਲ ਸਿੱਖਿਆ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਜੰਗ ਦੇ ਵਿੱਚ ਜਾਂਦੇ ਸਨ, ਭੰਗਾਣੀ ਦਾ ਯੁੱਧ ਹੋਇਆ, ਪਹਿਲਾ ਯੁੱਧ ਸਤਿਗੁਰੂ ਜੀ ਦਾ। ਭੀਖਨ ਖਾਂ ਜਿਹੜਾ ਉਸ ਸਮੇਂ ਜਰਨੈਲ ਸੀ, ਉਸ ਨੂੰ ਮੌਤ ਦੇ ਘਾਟ ਉਤਾਰਿਆ ਸਤਿਗੁਰੂ ਜੀ ਨੇ ਇੱਕ ਤੀਰੀ ਬਖਸ਼ ਕੇ। ਇੱਕ ਹਰੀ ਚੰਦ ਰਾਜਾ ਹੋਇਆ ਭੰਗਾਣੀ ਦੇ ਯੁੱਧ ਵਿੱਚ, ਬੜਾ ਹੀ ਕਮਾਲ ਦਾ ਤੀਰ ਅੰਦਾਜ਼ੀ, ਤੇ ਉਹ ਸਤਿਗੁਰੂ ਜੀ ਤੇ ਪਹਿਲਾਂ ਵਾਰ ਕਰਦਾ। ਆਮ ਤੌਰ ਤੇ ਇਹੀ ਗੱਲ ਪ੍ਰਚਲਿਤ ਹੁੰਦੀ ਸੀ, ਸਤਿਗੁਰੂ ਜੀ ਕਹਿੰਦੇ ਸਨ, ਪਹਿਲਾਂ ਵਾਰ ਕਰਨ ਨੂੰ ਕਹਿੰਦੇ ਸਨ ਕਿ ਪਹਿਲਾਂ ਸਾਡੇ ਤੇ ਵਾਰ ਕਰੋ। ਤੇ ਪਹਿਲਾਂ ਦੁਸ਼ਮਣ ਵੱਲੋਂ ਵਾਰ ਹੁੰਦਾ ਸੀ, ਬਾਅਦ ਵਿੱਚ ਸਤਿਗੁਰੂ ਜੀ ਵਾਰ ਕਰਦੇ ਸਨ। ਆਮ ਤੌਰ ਤੇ ਆਖਿਆ ਜਾਂਦਾ ਸੀ ਤੀਰ ਬਖਸ਼ ਦਿੰਦੇ ਸਨ ਸਤਿਗੁਰੂ ਜੀ। ਹਰੀ ਚੰਦ ਰਾਜੇ ਨੇ 3 ਵਾਰ ਕੀਤੇ ਗੁਰੂ ਗੋਬਿੰਦ ਸਿੰਘ ਜੀ ਦੇ, 2 ਵਾਰ ਖਾਲੀ ਗਏ। ਤੀਸਰਾ ਵਾਰ ਸਤਿਗੁਰੂ ਜੀ ਦੀ ਪੇਟੀ ਦੇ ਵਿੱਚ ਲੱਗਾ, ਥੋੜਾ ਜਿਹਾ ਢਿੱਡ ਦੇ ਵਿੱਚ ਸਤਿਗੁਰੂ ਨੋਕ ਤੀਰ ਦੀ ਚਲੇ ਗਈ। ਤੇ ਪਾਤਸ਼ਾਹ ਜੀ ਨੇ 3 ਵਾਰਾਂ ਤੋਂ ਬਾਅਦ ਫਿਰ ਵਾਰ ਕੀਤਾ ਹਰੀ ਚੰਦ ਤੇ। ਅਜਿਹਾ ਵਾਰ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿ ਉਸ ਨੂੰ ਸਦਾ ਦੀ ਨੀਂਦ ਸਵਾ ਦਿੱਤਾ ਹਰੀ ਚੰਦ ਰਾਜ ਨੂੰ। ਇਹਦੇ ਨਾਲ ਹੀ ਭੰਗਾਣੀ ਦੇ ਫਿਰ ਜੰਗ ਦੇ ਵਿੱਚ ਉੱਥੇ ਸਤਿਗੁਰੂ ਜੀ ਦੀ ਜਿੱਤ ਹੋਈ ਪੌਟਾ ਸਾਹਿਬ ਜੀ ਦੀ ਧਰਤੀ ਤੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੀਰ ਅੰਦਾਜ਼ੀ ਦਾ ਤਾਂ ਉਹਨਾਂ ਦਾ ਤੀਰ ਅਜਿਹਾ ਚਲਾਉਂਦੇ ਸਨ ਕਿ ਉਹਨਾਂ ਦਾ ਸਾਨੀ ਕੋਈ ਨਹੀਂ ਸੀ। ਚਮਕੌਰ ਦੀ ਗੜੀ ਵਿੱਚ ਵੀ ਜਦੋਂ ਫਿਰ ਇੱਕਦਮ ਮੁਗਲਿਆ ਹਕੂਮਤ ਟੁੱਟ ਕੇ ਪੈ ਗਈ ਸਤਿਗੁਰੂ ਜੀ ਦੇ ਕਿ ਗੜੀ ਦੇ ਵਿੱਚ ਜਿੰਨੇ ਵੀ ਸਿੰਘ ਨੇ ਸਾਰਿਆਂ ਨੂੰ ਅਸੀਂ ਫੜਨਾ। ਸਵੇਰ ਹੋਈ, ਜਦੋਂ 8 ਪੋਹ ਦੀ ਸਵੇਰ ਹੋਈ, ਇੱਕਦਮ ਫੌਜ ਟੁੱਟ ਕੇ ਪੈ ਗਈ ਤੇ ਪਾਤਸ਼ਾਹ ਜੀ ਉੱਪਰ ਗੜੀ ਦੀ ਮਮਟੀ ਦੇ ਵਿੱਚ ਬੈਠੇ ਸਨ। ਨਾਰ ਖਾਂ, ਗਨੀ ਖਾਂ, ਮਰਦੂਦ ਖਾਂ ਔਰ ਵੱਡੇ ਵੱਡੇ ਜਰਨੈਲ ਜਿਹੜੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਜਿਉਂਦਿਆਂ ਨੂੰ ਫੜਨਾ, ਫੜ ਕੇ ਲਿਆਵਾਂਗੇ ਗੜੀ ਦੇ ਵਿੱਚੋਂ। ਤੇ ਪਾਤਸ਼ਾਹ ਜੀ ਨੇ ਉੱਥੋਂ ਉੱਪਰੋਂ ਤੀਰਾਂ ਦੀ ਵਿਛਾੜ ਕਰ ਦਿੱਤੀ, ਗੜੀ ਦੇ ਨੇੜੇ ਵੀ ਕੋਈ ਢੁਕ ਨਾ ਸਕਿਆ। ਤੇ ਨਾਰ ਖਾਂ ਇਹ ਮਲੇਰਕੋਟਲੀਆ ਜਿਹੜਾ ਜਿਸ ਨੇ ਸਾਹਿਬਜ਼ਾਦਿਆਂ ਦੀ
ਜਦੋਂ ਸੂਬੇ ਦੀ ਕਚਹਿਰੀ ਦੇ ਵਿੱਚ ਸਾਹਿਬਜ਼ਾਦਿਆਂ ਦੀ ਪੇਸ਼ੀ ਸੀ, ਉਸ ਸਮੇਂ ਹਾਂ ਦਾ ਨਾਅਰਾ ਮਾਰਿਆ ਸੀ। ਉਹਦਾ ਭਰਾ ਨਾਰ ਖਾਂ ਇਹਦਾ ਹੀ ਬਦਲਾ ਲੈਣ ਵਾਸਤੇ ਕਹਿ ਰਹੇ ਸੀ। ਇਹਨੇ ਪੌੜੀ ਲਾਈ ਕਿ ਗੜੀ ਦੇ ਉੱਪਰ ਚੜ੍ਹ ਕੇ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਾਂ, ਉੱਪਰ ਜਾ ਕੇ ਮੁਕਾਬਲਾ ਕਰਾਂ। ਸਤਿਗੁਰੂ ਜੀ ਨੇ ਇੱਕ ਤੀਰ ਉਹਨੂੰ ਬਖਸ਼ਦਾ। ਜਫਰਨਾਮੇ ਦੇ ਵਿੱਚ ਜ਼ਿਕਰ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਹਿੰਦੇ ਇੱਕ ਤੀਰ ਉਸ ਨੂੰ ਬਖਸ਼ ਦਿੱਤਾ। ਨਾਰ ਖਾਂ ਵੀ ਚਲਾ ਗਿਆ। ਗਨੀ ਖਾਂ ਕਹਿੰਦਾ ਮੈਂ ਫੜਾਂਗਾ। ਉਹਦੇ ਵੀ ਸਿਰ ਦੇ ਵਿੱਚ ਕਹਿੰਦੇ ਗੁਰਜ ਮਾਰੀ, ਉਹ ਵੀ ਉਸੇ ਸਮੇਂ ਢੇਰ ਕਰ ਦਿੱਤਾ। ਤੇ ਇੱਕ ਸੀ ਜਰਨੈਲ ਮਰਦੂਦ ਖਾਂ, ਉਹ ਵੀ ਸੌਹਾਂ ਖਾ ਕੇ ਆਇਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਜਿਉਂਦਿਆਂ ਨੂੰ ਫੜਾਂਗਾ। ਕਹਿੰਦੇ ਜਦੋਂ ਵੇਖਿਆ ਕਿ ਦੋ ਜਰਨੈਲ ਨਾਰ ਖਾਂ ਤੇ ਗਨੀ ਖਾਂ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮਾਰ ਦਿੱਤਾ, ਉਹਨਾਂ ਨੂੰ ਸਦਾ ਦੀ ਨੀਂਦੇ ਸਵਾ ਦਿੱਤਾ। ਕਹਿੰਦੇ ਫਿਰ ਉਸ ਸਮੇਂ ਉਹ ਕੰਧ ਨਾਲ ਢਾਸਣਾ ਲਾ ਕੇ ਖੜ ਗਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਾਰ ਤੋਂ ਓਹਲੇ ਹੋ ਕੇ ਜਫਰਨਾਮੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਜੇ ਕਿਤੇ ਔਰੰਗਜ਼ੇਬ ਨੂੰ ਆਖਦੇ ਨੇ ਤੇਰਾ ਉਹ ਵੀ ਜਰਨੈਲ ਸਾਡੇ ਸਾਹਮਣੇ ਆ ਜਾਂਦਾ ਨਾ, ਇੱਕ ਤੀਰ ਉਸ ਨੂੰ ਵੀ ਬਖਸ਼ ਦੇਣਾ ਸੀ। ਕਹਿਣ ਦਾ ਭਾਵ ਸੂਰਮੇ ਸਤਿਗੁਰੂ ਜੀ ਉਹਨਾਂ ਦਾ ਕੋਈ ਸਾਹਮਣਾ ਨਹੀਂ ਕਰ ਸਕਦੇ, ਅਜਿਹੇ ਸੂਰਮੇ ਸਨ। ਨੀਲੇ ਦੇ ਸਾਹ ਸਵਾਰ ਸਤਿਗੁਰੂ ਜੀ। ਤੇ ਜੰਗ ਦੇ ਵਿੱਚ ਜਦੋਂ ਸਤਿਗੁਰੂ ਜੀ ਜਾਂਦੇ ਸਨ, ਇੱਕ ਇੱਕ ਤੀਰ ਦਲਾਂ ਦੇ ਆਹੋ ਲਾ ਦਿੰਦੇ ਸਨ। ਸੂਰਮੇ ਤਾਂ ਸੀ ਸਤਿਗੁਰੂ ਜੀ, ਪਰ ਸਤਿਗੁਰੂ ਜੀ ਵਰਗਾ ਜਰਨੈਲ ਵੀ ਕੋਈ ਨਹੀਂ ਹੋਇਆ। ਕੋਈ ਸ਼ਾਇਦ ਹੀ ਹੋਵੇ ਅਜਿਹਾ ਜਰਨੈਲ ਇਤਿਹਾਸ ਦੇ ਵਿੱਚ, ਜਿਨ੍ਹਾਂ ਨੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ ਜਿੰਨੇ ਦੁੱਖ ਝੱਲੇ ਨੇ, ਜਿੰਨੀਆਂ ਮੁਸੀਬਤਾਂ ਝੱਲੀਆਂ ਨੇ, ਕਿਸੇ ਜਰਨੈਲ ਨੇ ਝੱਲੀਆਂ ਹੋਵਣ। ਚਮਕੌਰ ਦੀ ਗੜੀ ਦੇ ਵਿੱਚ ਜਿਹੜੀ ਸ਼ਹਾਦਤ ਪੀਤੀ ਹੈ, ਸ਼ਹਾਦਤ ਦਾ ਜਾਮ ਪੀਤਾ ਸਿੰਘਾਂ ਨੇ, ਉਹ ਦੇਖੋ ਪਿੱਛੋਂ ਹੁਣ ਆਨੰਦਪੁਰ ਸਾਹਿਬ ਤੋਂ ਪਹਿਲਾਂ ਆਏ ਨੇ, ਸਰਸਾ ਨਦੀ ਦੇ ਕੰਢੇ ਤੇ ਜੰਗ ਹੋਇਆ, ਫਿਰ ਚਮਕੌਰ ਦੀ ਗੜੀ ਦੇ ਵਿੱਚ। ਉਸ ਸਮੇਂ ਉਹ ਜਿਹੜੇ ਜਿੰਨੇ ਵੀ ਸਿੰਘ ਸਨ, 40 ਸਿੰਘ ਸੀ, ਸਾਰੇ ਥੱਕੇ ਹੋਏ, ਟੁੱਟੇ ਹੋਏ, ਹਾਰੇ ਹੋਏ, ਭੁੱਖੇ। ਤੇ ਉਹ 40 ਸਿੰਘ ਹੁਣ ਦੇਖੋ 10 ਲੱਖ ਦਾ ਕੀ ਮੁਕਾਬਲਾ ਕਰਨਗੇ, 10 ਲੱਖ ਦੀ ਫੌਜ ਹੈ। ਪਰ ਜਰਨੈਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅਜਿਹੇ ਨੇ ਕਿ ਉਹਨਾਂ ਸਿੰਘਾਂ ਨੂੰ ਤਿਆਰ ਕਰ ਦਿੱਤਾ ਕਿ ਤੁਸੀਂ 10 ਲੱਖ ਦੀ ਫੌਜ ਦਾ ਮੁਕਾਬਲਾ ਕਰੋਗੇ, ਕੱਲ ਨੂੰ ਤੁਸੀਂ ਸ਼ਹਾਦਤ ਦਾ ਜਾਮ ਪੀਵੋਗੇ। ਉਹਨਾਂ ਨੇ ਇੱਦਾਂ ਮੁਕਾਬਲਾ ਕੀਤਾ ਵੀ, ਭਾਵੇਂ ਕਿ ਸਾਨੂੰ ਲੱਗਦਾ ਕਿ ਚਮਕੌਰ ਦੀ ਗੜੀ ਦੇ ਵਿੱਚ ਜਿਹੜਾ ਮੁਕਾਬਲਾ ਹੋਇਆ, 40 ਇੱਕ ਪਾਸੇ 10 ਲੱਖ ਦੀ ਫੌਜ ਹੈ, ਇਹਨਾਂ ਦਾ ਕੋਈ ਮੁਕਾਬਲਾ ਨਹੀਂ ਆਪਸ ਵਿੱਚ। ਸਾਨੂੰ ਹਾਰ ਪ੍ਰਤੀਤ ਹੁੰਦੀ ਹੈ ਕਿ 40 ਸਿੰਘ ਹਾਰ ਗਏ, ਕਿਉਂਕਿ ਉਹ ਤਾਂ ਸ਼ਹਾਦਤ ਹੋਣੀ ਹੀ ਹੋਣੀ ਸੀ। ਪਰ ਉਹਨਾਂ ਨੂੰ ਪੁੱਛ ਕੇ ਵੇਖੋ ਵਜ਼ੀਰ ਖਾਂ ਪਿਛਲੇ 8 ਮਹੀਨਿਆਂ ਤੋਂ ਪਹਿਲਾਂ 6 ਮਹੀਨੇ ਘੇਰਾ ਪਾਈ ਰੱਖਿਆ ਆਨੰਦਪੁਰ ਸਾਹਿਬ ਜੀ ਦੀ ਧਰਤੀ ਨੂੰ। ਲੱਖਾਂ ਦੀ ਫੌਜ ਲੱਗੀ ਸੀ, ਹੋਰ ਦਿੱਲੀ ਤੋਂ ਹੋਰ ਵੀ ਫੌਜ ਮੰਗਵਾਈ ਸੀ ਕਿ ਜਿਹੜੀ ਇਹ ਮੁਹਿੰਮ ਚੱਲ ਰਹੀ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਜਿਉਂਦਿਆਂ ਨੂੰ ਫੜਨਾ ਜਾਂ ਫਿਰ ਉਹਨਾਂ ਨੂੰ ਝੁਕਾਉਣਾ, ਉਹਨਾਂ ਦੇ ਸਿੰਘਾਂ ਨੂੰ ਝੁਕਾਉਣਾ। ਅਸਲ ਵਿੱਚ ਉਸ ਮੁਹਿੰਮ ਦੇ ਵਿੱਚ ਵਜ਼ੀਰ ਖਾਂ ਅਸਫਲ ਹੋ ਗਿਆ ਸੀ। ਚਮਕੌਰ ਦੀ ਗੜੀ ਦੇ ਵਿੱਚ ਵੀ, ਆਨੰਦਪੁਰ ਸਾਹਿਬ ਵੀ, ਕਿਸੇ ਵੀ ਸਿੰਘ ਨੇ ਈਨ ਨਹੀਂ ਮੰਨੀ। ਸਾਰਿਆਂ ਨੇ ਸ਼ਹਾਦਤ ਦਾ ਜਾਮ ਪੀਤਾ ਚਮਕੌਰ ਦੀ ਗੜੀ ਦੇ ਵਿੱਚ, ਤੇ ਹੱਸ ਕੇ ਸ਼ਹੀਦੀਆਂ ਪਾਈਆਂ। ਕਿਸੇ ਦੇ ਮਨ ਦੇ ਵਿੱਚ ਰੋਸ ਨਹੀਂ ਸੀ, ਕੋਈ ਗਮੀ ਨਹੀਂ ਸੀ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਚਮਕੌਰ ਦੀ ਗੜੀ ਤੋਂ ਫਿਰ ਉੱਥੋਂ ਬਚ ਕੇ ਨਿਕਲ ਗਏ ਸੁਰੱਖਿਆ ਥਾਂ ਤੇ। ਵਜ਼ੀਰ ਖਾਂ ਇਹ ਗੱਲ ਨੂੰ ਸਹਾਰ ਨਹੀਂ ਸਕਿਆ ਕਿ ਇਹ ਕਿੰਜ ਹੋ ਗਿਆ, ਇਹ ਤਾਂ ਮੇਰੀ ਹਾਰ ਹੈ, ਬਹੁਤ ਵੱਡੀ ਹਾਰ ਹੈ। ਜਿਹੜੇ ਕੰਮ ਵਾਸਤੇ ਮੈਂ ਇੰਨੇ ਮਹੀਨੇ ਹੋ ਗਏ ਪਿੱਛੇ ਫਿਰਦਾ ਸਿੰਘਾਂ ਦੇ, ਗੁਰੂ ਗੋਬਿੰਦ ਸਿੰਘ ਜੀ ਦੇ, ਨਾ ਤਾਂ ਉਹ ਹੱਥ ਆਏ ਨੇ, ਨਾ ਕਿਸੇ ਸਿੰਘ ਨੇ ਈਨ ਮੰਨੀ ਹੈ। ਇਹ ਬਹੁਤ ਵੱਡੀ ਹਾਰ ਸੀ। ਬੜਾ ਨਮੋਸ਼ੀ ਦੇ ਵਿੱਚ ਇਹ ਜਦੋਂ ਸਰਹੰਦ ਗਿਆ ਉੱਥੇ, ਉਸ ਸਮੇਂ ਪਤਾ ਲੱਗਾ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਗੱਲ ਜਦੋਂ ਪਤਾ ਲੱਗੀ ਬੜਾ ਖੁਸ਼ ਹੋਇਆ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਨੂੰ ਗ੍ਰਿਫਤਾਰ ਕਰ ਲਿਆ। ਤੇ ਫਿਰ ਜਿਹੜੀ ਇਹ ਚਮਕੌਰ ਦੀ ਗੜੀ ਵਿੱਚ ਅਸਲ ਵਿੱਚ ਇਹਦੀ ਹਾਰ ਹੋਈ ਹੈ ਵਜ਼ੀਰ ਖਾਂ ਦੀ,
ਹਾਰ ਸੀ ਇਹ ਹਾਰ ਹੋਈ। ਇਹਨੇ ਸਾਰਾ ਫਿਰ ਜਿੰਨਾ ਵੀ ਗੁੱਸਾ ਸੀ ਉਹ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਤੇ ਲਾਇਆ। ਉਹਨਾਂ ਦੀ ਸ਼ਹਾਦਤ, ਉਹਨਾਂ ਨੂੰ ਡਰ ਦਿੱਤੇ ਗਏ, ਉਹਨਾਂ ਨੂੰ ਲਾਲਚ ਦਿੱਤੇ ਗਏ ਕਿ ਕਿਸੇ ਢੰਗ ਦੇ ਨਾਲ ਸਾਹਿਬਜ਼ਾਦੇ ਮੰਨ ਜਾਣ, ਸਰ੍ਹਾ ਦੇ ਵਿੱਚ ਆ ਜਾਣ। ਜੇ ਇਹ ਇਸਲਾਮ ਇਹਨਾਂ ਨੇ ਧਰਮ ਅਪਣਾ ਲਿਆ, ਇਹ ਮੁਸਲਮਾਨ ਬਣ ਗਏ, ਅਸੀਂ ਇਹਨੂੰ ਸਮਝਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬੱਚੇ ਮੁਸਲਮਾਨ ਬਣ ਗਏ ਨੇ। ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਸਲ ਵਿੱਚ ਇਹ ਹਾਰ ਹੈ। ਪਰ ਉਹ ਬੱਚੇ ਟਸ ਤੋਂ ਮਸ ਨਾ ਹੋਏ, ਉਹਨਾਂ ਨੂੰ ਸ਼ਹੀਦ ਕੀਤਾ ਗਿਆ ਨੀਹਾਂ ਦੇ ਵਿੱਚ ਚਿਣ ਕੇ। ਮਾਤਾ ਗੁਜਰ ਕੌਰ ਠੰਡੇ ਬੁਰਜ ਦੇ ਵਿੱਚ ਸਵਾਸ ਛੱਡ ਗਈ। ਇਹ ਅਸਲ ਵਿੱਚ ਹਾਰ ਸੀ। 14 ਜੰਗਾਂ ਸਤਿਗੁਰੂ ਜੀ ਨੇ ਲੜੀਆਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 14 ਜੰਗਾਂ ਦੇ ਵਿੱਚ ਜੇਤੂ ਰਹੇ ਪਾਤਸ਼ਾਹ ਜੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਿੱਥੇ ਸੂਰਮੇ ਨੇ, ਉੱਥੇ ਜਰਨੈਲ ਵੀ, ਉੱਥੇ ਲਤਾੜੇ ਹੋਏ ਲੋਕਾਂ ਨੂੰ, ਜਿਹੜੇ ਕੁਚਲੇ ਹੋਏ ਲੋਕ ਨੇ। ਦੇਖੋ ਸਤਿਗੁਰੂ ਜੀ ਨੇ ਤਾਂ ਜਾਤਾਂ ਦਾ ਵੀ ਜ਼ਿਕਰ ਕੀਤਾ ਕਿ ਘੁਮਿਆਰ, ਨਾਈ, ਸੀਂਬੇ, ਇਹ ਛੋਟੀਆਂ ਜਾਤਾਂ ਜਿਨ੍ਹਾਂ ਨੂੰ ਕੋਈ ਨੇੜੇ ਨਹੀਂ ਢੁਕਣ ਦਿੰਦਾ ਸੀ। ਉਹਨਾਂ ਜਾਤਾਂ ਦੇ ਵਿੱਚ ਉਹਨਾਂ ਜਾਤਾਂ ਨੂੰ ਪ੍ਰੇਰਿਤ ਕਰਕੇ ਸਤਿਗੁਰੂ ਜੀ ਉਹਨਾਂ ਨੂੰ ਸਿੰਘ ਬਣਾ ਕੇ, ਉਹਨਾਂ ਦੀ ਫੌਜ ਬਣਾ ਕੇ ਤੇ ਉਹਨਾਂ ਨੂੰ ਪਾਤਸ਼ਾਹੀ ਦੇਣ ਲੱਗੇ ਨੇ। ਇਨ ਸਿੱਖਣ ਕੋ ਦੇ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਉਹਨਾਂ ਨੂੰ ਸਤਿਗੁਰੂ ਜੀ ਨੇ ਪਾਤਸ਼ਾਹੀ ਦਿੱਤੀ, ਗੁਰਿਆਈ ਦਿੱਤੀ। ਆਉਣ ਵਾਲੇ ਸਮੇਂ ਦੇ ਅੰਦਰ ਇਸੇ ਗੁਰੂ ਕੇ ਖਾਲਸੇ ਨੇ ਫਿਰ ਖਾਲਸਾ ਪੰਥ ਨੇ ਸਿੱਖ ਧਰਮ ਸਥਾਪਿਤ ਕੀਤਾ। ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਅਗਵਾਈ ਦੇ ਵਿੱਚ, ਫਿਰ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ। ਸਤਿਗੁਰੂ ਜੀ ਨੇ ਜੋ ਬਚਨ ਕੀਤੇ ਕਿ 1.25 ਲੱਖ ਸੇ ਏਕ ਲੜਾਊਂ, ਤਵੈ ਗੋਬਿੰਦ ਸਿੰਘ ਨਾਮ ਕਹਾਊਂ। ਕਿਉਂਕਿ ਸਾਡੀ ਹਾਲਤ ਇਹ ਹੋ ਗਈ ਸੀ, ਹਜ਼ਾਰਾਂ ਸਾਲਾਂ ਤੋਂ ਹਿੰਦੁਸਤਾਨ ਦੀ ਧਰਤੀ ਗੁਲਾਮ ਰਹਿ ਚੁੱਕੀ ਸੀ ਤੇ ਹੱਥ ਵਿੱਚ ਤਲਵਾਰ ਫੜਨ ਬਾਰੇ ਸੋਚ ਵੀ ਨਹੀਂ ਸਕਦੇ ਸੀ। ਤੇ ਜਦੋਂ ਕਿਸੇ ਨੂੰ ਇਹ ਗੱਲ ਆਖੋ ਤੇ ਇਹ ਕਹਿੰਦੇ ਸੀ ਕਿ ਨੰਗੀ ਕਰਦਾ ਸੀ, ਕਦੇ ਆਪਣੇ ਹੱਥ ਵਿੱਚ ਨਹੀਂ ਫੜੀ। ਹਮ ਤੋਂ ਤੋਲਨ ਜਾਣੇ ਤਕੜੀ, ਨੰਗੀ ਕਰਦ ਨਾ ਕਬਹੂ ਪਕੜੀ। ਚਿੜੀ ਉੜੀ ਸੇ ਹਮ ਡਰ ਜਾਏ, ਮੁਗਲੋਂ ਸੇ ਕੈਸੇ ਲੜ ਪਾਏ। ਅਸੀਂ ਕਿਵੇਂ ਲੜ ਲਾਂਗੇ ਮੁਗਲਾਂ ਦੇ ਨਾਲ? ਜਿਹੜੇ ਜਬਰ ਕਰ ਰਹੇ ਨੇ, ਜਿਹੜੇ ਜ਼ੁਲਮ ਕਰ ਰਹੇ ਨੇ, ਉਹਨਾਂ ਨਾਲ ਕਿਵੇਂ ਅਸੀਂ ਲੜ ਲਾਂਗੇ? ਅਸੀਂ ਤਾਂ ਕਦੇ ਨੰਗੀ ਕਰਦ ਨਹੀਂ ਆਪਣੇ ਹੱਥ ਦੇ ਵਿੱਚ ਫੜੀ। ਤੇ ਸਤਿਗੁਰੂ ਜੀ ਨੇ ਉਸ ਸਮੇਂ ਫਿਰ ਆਖਿਆ ਕਿ ਭਾਈ ਇਹਨਾਂ ਨੂੰ ਮੈਂ 1.25 ਲੱਖ ਦੇ ਨਾਲ ਲੜਾ ਦਿਆਂਗਾ। ਤੇ ਪਾਤਸ਼ਾਹ ਜੀ ਨੇ ਕੀਤਾ ਵੀ। ਦੁਨੀਆ ਦੇ ਇਤਿਹਾਸ ਵਾਚ ਲਓ, ਕਿਤੇ ਵੀ ਅਜਿਹਾ ਨਹੀਂ ਜਿਹੜਾ ਚਮਕੌਰ ਦੀ ਗੜ੍ਹੀ ਦੇ ਵਿੱਚ ਜੋ ਗੁਰੂ ਕੇ ਖਾਲਸੇ ਨੇ ਕੀਤਾ। ਉਹ 40 ਸਿੰਘਾਂ ਨੇ ਜਿੱਦਾਂ ਸ਼ਹਾਦਤ ਦੇ ਜਾਮ ਪੀਤੇ ਨੇ। ਨਾਲੇ ਪਤਾ ਕਿ ਅਸੀਂ ਜਾਣਾ ਜੰਗ ਦੇ ਵਿੱਚ ਸਵੇਰੇ, 5-5 ਦੇ ਜਥੇ ਜਾ ਰਹੇ ਨੇ, ਪਤਾ ਕਿ ਉੱਥੇ ਸ਼ਹਾਦਤ ਹੋਵੇਗੀ ਹਰ ਹਾਲਤ, ਪਰ ਫਿਰ ਵੀ ਹੱਸ-ਹੱਸ ਕੇ ਸ਼ਹੀਦੀਆਂ ਪਾ ਰਹੇ ਨੇ। ਚਾਅ ਮਨ ਦੇ ਅੰਦਰ ਸ਼ਹੀਦੀ ਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਤਿਗੁਰੂ ਜੀ ਜਦੋਂ ਉਹਨਾਂ ਨੇ ਆਪਣਾ ਅੰਤਮ ਸਮਾਂ ਨਾਂਦੇੜ ਦੀ ਧਰਤੀ ਤੇ ਸ੍ਰੀ ਹਜ਼ੂਰ ਸਾਹਿਬ ਜੋਤੀ ਜੋਤ ਸਮਾਉਣ ਲੱਗੇ ਨੇ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਤਿਗੁਰੂ ਜੀ ਸਾਡੇ ਵਾਸਤੇ ਇੱਕ ਆਦੇਸ਼ ਕਰ ਗਏ, ਇੱਕ ਹੁਕਮ ਕਰ ਗਏ, ਜਿਹੜਾ ਕਿ ਬੜਾ ਜ਼ਰੂਰੀ ਹੈ ਸਾਨੂੰ ਇਸ ਹੁਕਮ ਨੂੰ ਸਮਝਣਾ। ਇਹ ਹੁਕਮ ਕੀ ਹੈ? ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਹੋਈ ਹੈ ਤਾਂ ਇਹ ਪੰਥ ਚਲਾਇਆ। ਹੁਣ ਪੰਥ ਤਾਂ ਚਲਾ ਦਿੱਤਾ, ਪਰ ਇਹ ਜ਼ਰੂਰੀ ਹੈ। ਸਤਿਗੁਰੂ ਜੀ ਇੱਕ ਹੁਕਮ ਕਰ ਗਏ ਕਿ ਹੁਕਮ ਇਹ ਹੈ ਕਿ ਤੁਸੀਂ ਅੱਜ ਤੋਂ ਬਾਅਦ ਆਪਣਾ ਗੁਰੂ ਮੰਨਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਮੰਨਣਾ। ਕੋਈ ਦੇਹਧਾਰੀ ਗੁਰੂ ਨਹੀਂ ਤੁਹਾਡਾ ਹੁਣ ਹੋਵੇਗਾ। 239 ਸਾਲਾਂ ਦੇ ਵਿੱਚ ਸਤਿਗੁਰੂ ਜੀ ਨੇ 1469 ਤੋਂ ਲੈ ਕੇ 1708 ਤੱਕ ਖਾਲਸੇ ਨੂੰ ਜੋ ਗੁਣ ਦੇਣੇ ਸਨ ਦੇ ਦਿੱਤੇ, ਦੇਹ ਦੇ ਵਿੱਚ ਰਹਿ ਕੇ। 1708 ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਸ਼ਬਦ ਗੁਰੂ ਹੋਣਗੇ ਤੁਹਾਡੇ।
ਤੇ ਤੁਸੀਂ ਜਦੋਂ ਸਾਡੇ ਦਰਸ਼ਨ ਦਿਦਾਰੇ ਕਰਨੇ ਨੇ ਤੇ ਫਿਰ ਪੰਜ ਸਿੰਘ ਖਾਲਸਾ ਪੰਥ ਉਹਨਾਂ ਦੇ ਦਰਸ਼ਨ ਦਿਦਾਰੇ ਕਰੋ ਤੇ ਉਹਨਾਂ ਦੇ ਦਰਸ਼ਨ ਦਿਦਾਰਿਆਂ ਦੇ ਵਿੱਚ ਸਾਡੇ ਦਰਸ਼ਨ ਦਿਦਾਰੇ ਹੋਣਗੇ। ਜੇ ਕੋਈ ਵਿਅਕਤੀ ਚਾਹੁੰਦਾ, ਜੇ ਕੋਈ ਸਿੱਖ ਚਾਹੁੰਦਾ ਕਿ ਸਾਡੇ ਨਾਲ ਗੱਲਾਂ ਕਰਨੀਆਂ ਨੇ ਤੇ ਗੱਲਾਂ ਕਰਨੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਪੜ੍ਹੋ। ਬਾਣੀ ਪੜ੍ਹੋਗੇ, ਉਸ ਨੂੰ ਵਿਚਾਰੋਗੇ ਤਾਂ ਉਹਦੇ ਨਾਲ ਸਾਡੇ ਨਾਲ ਗੱਲਾਂ ਹੋਣਗੀਆਂ। ਇਹ ਗੱਲਾਂ ਕਰਨ ਦਾ ਸਤਿਗੁਰੂ ਨੇ ਸਾਨੂੰ ਰਸਤਾ ਦੱਸਿਆ ਤੇ ਸਾਡਾ ਵੀ ਹੁਣ ਹਰ ਇੱਕ ਗੁਰਸਿੱਖ ਦਾ ਫਰਜ਼ ਬਣਦਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਡੇ ਤੋਂ ਆਪਣਾ ਸਰਬੰਸ ਵਾਰ ਦਿੱਤਾ, ਸਾਡੇ ਤੋਂ ਵਾਰਿਆ ਇਹ ਗੁਲਾਮੀ ਦੀਆਂ ਜੰਜੀਰਾਂ ਤੋੜਨ ਵਾਸਤੇ। ਤੇ ਸਾਡੇ ਵਿੱਚ ਉਹਨਾਂ ਨੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਉਹਨਾਂ ਦੇ ਦਰਸ਼ਨ ਮੇਲੇ ਕਰਨੇ ਨੇ। ਆਪਣੇ ਪੁੱਤਰ ਨੂੰ ਸਾਡੇ ਤੋਂ, ਖਾਲਸੇ ਪੁੱਤਰ ਤੋਂ ਵਾਰ ਦਿੱਤਾ। ਸਾਡਾ ਫਰਜ਼ ਬਣਦਾ ਕਿ ਅਸੀਂ ਵੀ ਪੂਰਨ ਖਾਲਸੇ ਬਣੀਏ, ਅਸੀਂ ਵੀ ਰਹਿਤ ਦੇ ਧਾਰਨੀ ਬਣੀਏ। ਪਹਿਲਾਂ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ ਕੇ ਅੰਮ੍ਰਿਤ ਦੀ ਦਾਤ ਲਈਏ, ਫਿਰ ਰਹਿਤ ਦੇ ਵਿੱਚ ਪਰਪੱਕ ਹੋਈਏ। ਪੰਜ ਬਾਣੀਆਂ ਦਾ ਨਿਤਨੇਮ, ਜੋ ਰਹਿਤਾਂ ਕੁਰਹਿਤਾਂ ਪੰਜ ਪਿਆਰੇ ਦ੍ਰਿੜ ਕਰਾਉਂਦੇ ਨੇ, ਉਹਨਾਂ ਨੂੰ ਆਪਣੇ ਜੀਵਨ ਤੇ ਲਾਗੂ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨ ਕੇ ਹਰ ਹੁਕਮ ਨੂੰ ਸੱਤ ਕਰਕੇ ਮੰਨੀਏ। ਆਪਣੇ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰੀਏ, ਤਾਂ ਹੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸੱਚੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇੱਕ ਹੋਰ ਰਹਿਤਨਾਮਿਆਂ ਦੇ ਵਿੱਚ ਸਾਨੂੰ ਹੁਕਮ ਕਰਕੇ ਗਏ ਨੇ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ। ਸਿੱਖ ਨਹੀਂ ਮੈਨੂੰ ਪਿਆਰਾ, ਉਹ ਸਿੱਖ ਪਿਆਰਾ ਲੱਗਦਾ ਜਿਹੜਾ ਸਿੱਖ ਰਹਿਤ ਦੇ ਵਿੱਚ ਪਰਪੱਕ ਹੈ, ਜਿਹੜਾ ਰਹਿਤ ਦੇ ਵਿੱਚ ਜਿਹੜਾ ਪੰਜ ਕਕਾਰਾਂ ਦਾ ਧਾਰਨੀ ਹੈ, ਪੰਜ ਬਾਣੀਆਂ ਦਾ ਧਾਰਨੀ ਹੈ, ਪੰਜ ਬਾਣੀਆਂ ਨੂੰ ਲਾਗੂ ਕਰਦਾ ਆਪਣੇ ਜੀਵਨ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹਰ ਇੱਕ ਹੁਕਮ ਨੂੰ ਸੱਤ ਕਰਕੇ ਮੰਨਦਾ। ਖੰਡੇ ਬਾਟੇ ਦੀ ਜਿਹੜਾ ਪੌਲ ਛਕਦਾ, ਉਹ ਸਿੱਖ ਤੇ ਸਤਿਗੁਰੂ ਜੀ ਬੜੇ ਖੁਸ਼ ਨੇ। ਸੋ ਇਸ ਕਰਕੇ ਸਾਡੇ ਇਹ ਜਿਹੜੇ ਇਸ ਤਰ੍ਹਾਂ ਦੇ ਸਮਾਗਮ ਕੀਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ, ਇਹ ਵੀ ਸਫਲੇ ਤਦੇ ਨੇ ਵੀ ਅਸੀਂ ਸਤਿਗੁਰੂ ਜੀ ਦੀ ਸੱਚੀ ਖੁਸ਼ੀ ਪ੍ਰਾਪਤ ਕਰ ਸਕੀਏ। ਪ੍ਰਾਪਤ ਤਦੇ ਕਰ ਸਕਦੇ ਹਾਂ, ਪ੍ਰਥਮ ਰਹਿਤ ਜੈ ਜਾਨ ਖੰਡੇ ਕੀ ਪਹੁਲ ਛਕੇ ਸੋਈ ਸਿੰਘ ਪ੍ਰਧਾਨ। ਕਹਿੰਦੇ ਉਹੀ ਸਿੱਖ ਪ੍ਰਧਾਨ ਹੈ ਜਿਹੜਾ ਖੰਡੇ ਬਾਟੇ ਦੀ ਪਹੁਲ ਛਕਦਾ। ਸੋ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਸਭਨਾਂ ਤੇ, ਬਾਣੀ ਤੇ ਬਾਣੇ ਦੇ ਨਾਲ ਜੋੜ ਕੇ ਰੱਖਣ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ। ਆਪ ਸਮੂਹ ਸੰਗਤਾਂ ਦਾ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ। ਸੋ ਜਿੰਨੀ ਵੀ ਪ੍ਰਬੰਧਕ ਕਮੇਟੀ ਹੈ, ਜਿੰਨੇ ਵੀ ਅਖੰਡ ਪਾਠੀ ਸਿੰਘ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਪਰਸੋਂ ਤੋਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਪਾਠ ਕੀਤਾ, ਸਭਨਾਂ ਦਾ ਬਹੁਤ ਧੰਨਵਾਦ। ਸਭ ਤੋਂ ਵੱਧ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਦੀ ਛਤਰ ਛਾਇਆ ਹੇਠ ਦੀਵਾਨ ਸੱਜ ਰਹੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਖੁਸ਼ੀਆਂ ਖਿੜੇ ਬਖਸ਼ਿਸ਼ ਕਰਨ, ਭੁੱਲ ਚੁੱਕ ਦੀ ਮੁਆਫੀ। ਆਓ ਫਤਿਹ ਦੀ ਸਾਂਝ ਪਾਉਂਦੇ ਹੋਏ ਸੋ ਸੰਪੂਰਨਤਾ ਕਰੀਏ। ਅੱਗੇ ਜੋ ਕਾਰਵਾਈ ਸਕੱਤਰ ਸਾਹਿਬ ਦੱਸਣਗੇ ਕਿ ਕਿੰਨਾ ਸਮਾਂ ਦੀਵਾਨ ਸਜਣਾ ਤੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।